Hello viewers, my name is Gurpreet Kaur. I am your IELTS trainer. These days I am uploading videos regarding the grammar rules and speaking which you people are appreciating a lot, and thanks for this appreciation and motivation which also encourages me to make these kind of videos well full of efforts. ਤੇ ਅੱਜ ਆਪਾਂ ਕਰਾਂਗੇ ਪ੍ਰੈਜ਼ੈਂਟ ਪਰਫੈਕਟ ਟੈਂਸ ਦੀ ਪੈਸਿਵ ਫਾਰਮ। ਇਹਦੀ ਪਹਿਚਾਣ ਹੁੰਦੀ ਆ ਸਬਜੈਕਟ ਦੇ ਨਾਲ ਦੁਆਰਾ ਲੱਗਾ ਹੁੰਦਾ ਜਾਂ ਸਬਜੈਕਟ ਐਬਸੈਂਟ ਹੁੰਦਾ ਜਾਂ ਕੀਤਾ ਜਾ ਚੁੱਕਾ ਹੈ, ਕੀਤੀ ਜਾ ਚੁੱਕੀ ਹੈ, ਕਰ ਲਿਆ ਗਿਆ ਹੈ, ਕੀਤਾ ਗਿਆ ਹੈ, ਕੀਤੀ ਗਈ ਹੈ ਐਕਸੈਟਰਾ। ਇਹ ਚੀਜ਼ਾਂ ਸਭ ਲੱਗੀਆਂ ਹੁੰਦੀਆਂ। ਅਤੇ ਪਰਫੈਕਟ ਟੈਂਸ ਕੀ ਹੈ, ਇਹ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਇਨ ਦ ਰਾਈਟਿੰਗ ਐਜ਼ ਵੈਲ ਐਜ਼ ਸਪੀਕਿੰਗ ਫॉर ਇੰਪਰੂਵਿੰਗ ਆਰ ਬੈਂਡਸ। ਠੀਕ ਹੈ, ਬੈਂਡ ਸਕੋਰ ਨੂੰ ਇੰਪਰੂਵ ਕਰਨ ਲਈ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਅਤੇ ਇਹਨਾਂ ਨੂੰ ਰਾਈਟਿੰਗ ਟਾਸਕ 1 ਦੇ ਵਿੱਚ ਐਕੈਡੈਮਿਕ ਵਾਲੇ ਸਟੂਡੈਂਟਸ ਇੱਕ ਪ੍ਰੋਪਰ ਟਾਸਕ ਹੁੰਦਾ ਮੈਪ ਜਿਹਨੂੰ ਕਹਿੰਦੇ ਆ। ਠੀਕ ਹੈ, ਉਹਦੇ ਵਿੱਚ ਇਹਨੂੰ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਆਲਮੋਸਟ ਹਾਫ ਜਿਹੜਾ ਹੈ ਆਪਣਾ ਟਾਸਕ ਉਹ ਇਹਦੇ 'ਤੇ ਡਿਪੈਂਡ ਹੁੰਦਾ ਵੀ ਆਪਾਂ ਨੂੰ ਪਰਫੈਕਟ ਟੈਂਸ ਆਉਂਦਾ ਆ ਅਤੇ ਉਹਦੇ ਨਾਲ ਆਪਾਂ ਬੈਂਡ ਸਕੋਰ ਆਪਣੇ ਇੰਪਰੂਵ ਕਰ ਸਕਦੇ ਹਾਂ। ਇਹਦਾ ਰੂਲ ਹੁੰਦਾ ਆ ਐਕਸਟਰਾ ਇਨਫੋਰਮੇਸ਼ਨ ਲੱਗਦੀ ਹੈ, ਉਸ ਤੋਂ ਬਾਅਦ ਆਬਜੈਕਟ ਲੱਗਦਾ, ਫਿਰ ਹੈਜ਼ ਜਾਂ ਹੈਵ, ਉਹਦੇ ਨਾਲ ਬਿਨ, ਵਰਬ ਦੀ ਥਰਡ ਫਾਰਮ, ਬਾਏ, ਸਬਜੈਕਟ ਐਂਡ ਐਕਸਟਰਾ ਇਨਫੋਰਮੇਸ਼ਨ ਜੀ ਆਪਣੇ ਕੋਲ ਹੈ। ਆਬਜੈਕਟ ਹੁੰਦਾ ਜਿਹੜਾ ਕੰਮ ਹੋ ਰਿਹਾ ਹੈ, ਸਬਜੈਕਟ ਜਿਹੜਾ ਬੰਦਾ ਕੋਈ ਪਰਸਨ ਕੋਈ ਆਰਗੇਨਾਈਜੇਸ਼ਨ ਉਹ ਕੰਮ ਕਰ ਰਹੀ ਆ, ਵਰਬ ਹੁੰਦੀ ਆ ਵੀ ਕਿਹੜੇ ਤਰੀਕੇ ਦਾ ਕੰਮ ਹੋ ਰਿਹਾ, ਫਿਜ਼ੀਕਲ ਐਕਟੀਵਿਟੀ ਆ ਜਿਵੇਂ ਪਲੇਇੰਗ ਆ, ਸਟੱਡਿੰਗ ਆ, ਮੈਂਟਲ ਐਕਟੀਵਿਟੀ ਆ ਜਿਵੇਂ ਇਮੈਜਨਿੰਗ ਆ, ਅੰਡਰਸਟੈਂਡਿੰਗ ਆ, ਅਤੇ ਇਮੋਸ਼ਨਲ ਐਕਟੀਵਿਟੀਜ਼ ਆ ਜਿਵੇਂ ਹੈ ਸੈਡ ਆ, ਹੈਪੀ ਆ, ਇਹ ਇਮੋਸ਼ਨਲ ਆ, ਆਪਾਂ ਇਮੋਸ਼ਨਲ ਫੀਲਿੰਗਸ ਜਿਹਨੂੰ ਆਪਾਂ ਕਹਿੰਦੇ ਆ। ਯੂਜ਼ ਹੁੰਦਾ ਰਾਈਟਿੰਗ ਟਾਸਕ 1 ਦੇ ਵਿੱਚ ਮੈਪ ਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸ ਕੇ ਚੁੱਕੀ ਹਾਂ, ਰਾਈਟਿੰਗ ਟਾਸਕ 2 ਦੇ ਵਿੱਚ ਕਰਦੇ ਹਾਂ ਅਤੇ ਸਪੀਕਿੰਗ ਦੇ ਵਿੱਚ ਕਰਦੇ ਹਾਂ। ਜਿੱਥੇ ਆਪਾਂ ਕੰਪਲੈਕਸਿਟੀ ਇਨਹਾਂਸ ਕਰਨੀ ਹੁੰਦੀ ਆ ਉੱਥੇ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਇੰਸਟੈਡ ਆਫ ਯੂਜ਼ਿੰਗ ਸਬਜੈਕਟ, ਜਿੱਥੇ ਆਪਾਂ ਸਬਜੈਕਟ ਨੂੰ ਨਹੀਂ ਯੂਜ਼ ਕਰਨਾ ਹੁੰਦਾ ਉੱਥੇ ਵੀ ਆਪਾਂ ਪੈਸਿਵ ਫਾਰਮਸ ਯੂਜ਼ ਕਰਦੇ ਹਾਂ ਅਤੇ ਉਹ ਕੀ ਆ ਕੰਪਲੈਕਸ ਸੈਂਟੈਂਸਿਸ ਬਣ ਜਾਂਦੇ ਉਹਦੇ ਨਾਲ। ਹੁਣ ਥੋੜ੍ਹੀਆਂ ਜਿਹੀਆਂ ਐਗਜ਼ਾਮਪਲਸ ਜਿਹੜੀਆਂ ਕਿ ਇਹਦੇ ਨਾਲ ਦੀਆਂ ਮੈਂ ਰਾਈਟ ਡਾਊਨ ਕੀਤੀਆਂ। ਸਾਡੇ ਘਰ ਦੇ ਸਾਹਮਣੇ ਖਾਲੀ ਜ਼ਮੀਨ ਉੱਪਰ ਇੱਕ ਸਕੂਲ ਬਣਾਇਆ ਜਾ ਚੁੱਕਾ ਹੈ। ਮਤਲਬ ਜਿਹੜੀ ਸਾਡੇ ਘਰ ਦੇ ਅੱਗੇ ਵਿਹਲੀ ਜ਼ਮੀਨ ਪਈ ਸੀ ਉਹ ਤਾਂ ਸਕੂਲ ਬਣਾਇਆ ਜਾ ਚੁੱਕਾ ਹੈ। ਅ ਸਕੂਲ ਹੈਜ਼ ਬਿਨ ਬਿਲਟ, ਅ ਸਕੂਲ ਆਬਜੈਕਟ ਆ, ਫਿਰ ਹੈਜ਼ ਬਿਨ ਇਹ ਆਪਣੇ ਕੋਲ ਹੈਲਪਿੰਗ ਵਰਬ ਆ, ਉਸ ਤੋਂ ਬਾਅਦ ਬਿਲਟ ਥਰਡ ਫਾਰਮ ਆ। ਇਨ ਫਰੰਟ ਆਫ ਮਾਈ ਹਾਊਸ, ਐਟ ਵੇਕੈਂਟ ਕਹਿ ਸਕਦੇ ਹਾਂ, ਐਮਟੀ ਕਹਿ ਸਕਦੇ ਹਾਂ, ਪਲੇਸ ਜਾਂ ਸਪੇਸ। ਅ ਸਕੂਲ ਹੈਜ਼ ਬਿਨ ਬਿਲਟ ਇਨ ਫਰੰਟ ਆਫ ਮਾਈ ਹਾਊਸ ਐਟ ਵੇਕੈਂਟ ਪਲੇਸ ਔਰ ਐਟ ਐਮਟੀ ਸਪੇਸ। ਪਲੇਗਰਾਊਂਡ ਨੂੰ ਓਪਨ ਜਿਮ ਵਿੱਚ ਬਦਲ ਦਿੱਤਾ ਜਾ ਚੁੱਕਾ ਹੈ। ਪਲੇਗਰਾਊਂਡ ਹੈਜ਼ ਬਿਨ ਰਿਪਲੇਸਡ ਇਨਟੂ ਓਪਨ ਜਿਮ, ਰਿਪਲੇਸ ਕਰ ਦਿੱਤਾ ਜਾ ਚੁੱਕਾ, ਬਦਲ ਦਿੱਤਾ ਜਾ ਚੁੱਕਾ ਜਾਂ ਕਨਵਰਟ। ਪਲੇਗਰਾਊਂਡ ਹੈਜ਼ ਬਿਨ ਕਨਵਰਟਡ ਇਨਟੂ ਓਪਨ ਜਿਮ। ਸਰਕਾਰ ਦੁਆਰਾ ਹਰ ਸ਼ਹਿਰ ਵਿੱਚ ਇੱਕ ਸਰਕਾਰੀ ਹਸਪਤਾਲ ਬਣਾਇਆ ਜਾ ਚੁੱਕਾ ਹੈ। ਹੁਣ ਇਹ ਕੰਮ ਕਿਹਨੇ ਕੀਤਾ? ਗਵਰਨਮੈਂਟ ਨੇ ਕੀਤਾ। ਗਵਰਨਮੈਂਟ ਨੇ ਕੀ ਕਰ ਲਿਆ? ਹਰੇਕ ਸ਼ਹਿਰ ਦੇ ਵਿੱਚ ਕੀ ਇੱਕ ਹਸਪੀਟਲ ਬਣਾ ਦਿੱਤਾ। ਅ ਗਵਰਨਮੈਂਟਲ ਹਸਪੀਟਲ ਔਰ ਗਵਰਨਮੈਂਟ ਹਸਪੀਟਲ ਹੈਜ਼ ਬਿਨ ਬਿਲਟ ਬਾਈ ਗਵਰਨਮੈਂਟ ਜਾਂ ਅਥੋਰਿਟੀਜ਼ ਵੀ ਕਹਿੰਦੇ ਗਵਰਨਮੈਂਟ ਨੂੰ ਇਨ ਐਵਰੀ ਸਿਟੀ। ਫਿਰ ਸੜਕ ਦੇ ਵਿਚਕਾਰ ਆਵਾਜਾਈ ਨੂੰ ਘੱਟ ਕਰਨ ਲਈ ਇੱਕ ਗੋਲ ਚੌਂਕ ਬਣਾ ਦਿੱਤਾ ਗਿਆ ਹੈ। ਜਿਵੇਂ ਹਰੇਕ ਸ਼ਹਿਰ ਦੇ ਵਿੱਚ ਗੋਲ ਚੌਂਕ ਹੁੰਦਾ ਉਹ ਬਣਾ ਦਿੱਤਾ ਗਿਆ। ਆ ਰਾਊਂਡ ਅਬਾਊਟ, ਇਹਨੂੰ ਰਾਊਂਡ ਅਬਾਊਟ ਕਹਿੰਦੇ ਆ ਗੋਲ ਚੌਂਕ ਨੂੰ। ਹੈਜ਼ ਬਿਨ ਬਿਲਟ ਇਨ ਦ ਸੈਂਟਰ ਆਫ ਰੋਡ ਟੂ ਕੰਟਰੋਲ ਟ੍ਰੈਫਿਕ। ਸੈਂਟਰ ਸੜਕ ਦੇ ਵਿਚਕਾਰ। 1950 ਦੇ ਕਿਲ੍ਹੇ ਨੂੰ ਦੁਬਾਰਾ ਤੋਂ ਖੋਲ੍ਹਿਆ ਜਾ ਚੁੱਕਾ ਹੈ। ਜਿਹੜਾ 1950 ਦੇ ਵਿੱਚ ਫੋਰਟ ਬਣਾਇਆ ਗਿਆ ਸੀ ਉਹਨੂੰ ਦੁਬਾਰਾ ਤੋਂ ਖੋਲ੍ਹਿਆ ਲੋਕਾਂ ਦੇ ਦੇਖਣ ਦੇ ਲਈ। ਫੋਰਟ ਆਫ 1950 ਹੈਜ਼ ਬਿਨ ਓਪਨਡ ਅਗੇਨ। ਕਿਸੇ ਨੇ ਓਪਨ ਕੀਤਾ ਉਹਨੇ ਤਾਂ ਸਬਜੈਕਟ ਨਹੀਂ ਲਗਾਇਆ। ਜਿੱਥੇ ਸਬਜੈਕਟ ਆਪਾਂ ਕਹਿੰਦੇ ਕਿ ਐਸਕੇਪ ਕਰਨਾ ਚਾਹੁੰਦੇ, ਸਬਜੈਕਟ ਆਪਾਂ ਨਹੀਂ ਲਗਾਉਣਾ ਚਾਹੁੰਦੇ, ਉੱਥੇ ਪੈਸਿਵਸ ਬਣਾ ਸਕਦੇ ਹਾਂ।
ਇਹ ਰਾਈਟਿੰਗ ਟਾਸਕ 1 ਦੇ ਵਿੱਚ ਜਿਹੜੇ GT ਵਾਲੇ ਸਟੂਡੈਂਟਸ ਹੁੰਦੇ ਆ, ਜਨਰਲ ਟ੍ਰੇਨਿੰਗ ਵਾਲੇ, ਉਹਨਾਂ ਨੂੰ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਇਹ ਚੀਜ਼ਾਂ। ਸੜਕ ਉੱਪਰ ਪਏ ਟੋਇਆਂ ਨੂੰ ਕੰਕਰੀਟ ਨਾਲ ਭਰ ਦਿੱਤਾ ਗਿਆ ਹੈ। ਟੋਇਆਂ ਨੂੰ ਕਹਿੰਦੇ ਆ ਪੋਟ ਹੋਲਸ ਔਨ ਦਾ ਰੋਡ ਹੈਵ ਬਿਨ ਫਿਲਡ ਵਿਦ ਕੰਕਰੀਟ ਜਿਹੜਾ ਸੀਮੈਂਟ ਤੇ ਰੇਤਾ ਦਾ ਮਿਕਸਚਰ ਟਾਈਪ ਹੁੰਦਾ ਉਹਨੂੰ ਕੰਕਰੀਟ ਕਹਿੰਦੇ। ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਦੀ ਉਮਰ ਵਧਾ ਦਿੱਤੀ ਗਈ ਹੈ। ਵੀ ਅੱਜ ਕੱਲ੍ਹ ਕੀ ਹੈ, ਐਕਸੀਡੈਂਟਸ ਕਿਉਂ ਵੱਧ ਰਹੇ? ਕਿਉਂਕਿ ਜਿਹੜੇ ਛੋਟੇ ਬੱਚੇ ਆ ਉਹ ਡਰਾਈਵਿੰਗ ਕਰਦੇ ਆ ਅਤੇ ਉਹਨਾਂ ਨੂੰ ਲਾਇਸੈਂਸ ਮਿਲ ਜਾਂਦੇ, ਤਾਂ ਕਿ ਉਹਦੀ ਉਮਰ ਵਧਾ ਦਿੱਤੀ ਗਈ ਹੈ ਕਿ ਵੱਡੇ ਹੋ ਕੇ ਹੁਣ ਉਹ ਲਾਇਸੈਂਸ ਲੈਣਗੇ ਥੋੜ੍ਹਾ। ਏਜ ਲਿਮਿਟ ਹੈਜ਼ ਬਿਨ ਇਨਕਰੀਜ਼ਡ ਟੂ ਅਪਲਾਈ ਫॉर ਡਰਾਈਵਿੰਗ ਲਾਇਸੈਂਸ। ਸਾਇੰਟਿਸਟ ਦੁਆਰਾ ਕਾਰਾਂ ਦੇ ਇੰਜਨ ਨੂੰ ਵਧੀਆ ਬਣਾ ਦਿੱਤਾ ਜਾ ਚੁੱਕਾ ਹੈ। ਕਾਰ ਇੰਜਨਸ ਹੈਵ ਬਿਨ ਮੇਡ ਬੈਟਰ ਬਾਈ ਸਾਇੰਟਿਸਟ। ਬਣਾਇਆ ਗਿਆ, ਵਧੀਆ, ਬੈਟਰ। ਬੁੱਢੇ ਬਜ਼ੁਰਗਾਂ ਨੂੰ ਪੈਨਸ਼ਨ ਲਗਾ ਦਿੱਤੀ ਗਈ ਹੈ। ਪੈਨਸ਼ਨ ਹੈਜ਼ ਬਿਨ ਇੰਪਲੀਮੈਂਟਡ ਟੂ ਓਲਡ ਪੀਪਲ। ਇੰਪਲੀਮੈਂਟ ਕਰ ਦਿੱਤੀ ਗਈ ਜਾਂ ਅਪਰੂਵ ਕਰ ਦਿੱਤੀ ਗਈ। ਪੈਨਸ਼ਨ ਹੈਜ਼ ਬਿਨ ਅਪਰੂਵਡ ਫॉर ਓਲਡ ਏਜ ਪੀਪਲ। ਬੱਸਾਂ ਦਾ ਕਿਰਾਇਆ ਘਟਾਇਆ ਜਾ ਚੁੱਕਾ ਹੈ। ਬੱਸਾਂ ਦਾ ਫੇਅਰ ਕੀ ਰਿਡਿਊਸ ਕਰ ਦਿੱਤਾ ਗਿਆ ਹੈ। ਫੇਅਰ ਆਫ ਬੱਸਸ ਹੈਜ਼ ਬਿਨ ਰਿਡਿਊਸਡ। ਕਿਉਂਕਿ ਅੱਜ ਕੱਲ੍ਹ ਕੀ ਆ, ਸਰਕਾਰ ਚਾਹੁੰਦੀ ਆ ਕਿ ਲੋਕੀ ਕੀ ਆ, ਪ੍ਰਾਈਵੇਟ ਵਹੀਕਲਸ 'ਤੇ ਨਾ ਜਾ ਕੇ ਪਬਲਿਕ ਵਹੀਕਲ ਨੂੰ ਯੂਜ਼ ਕਰਨ, ਤਾਂ ਕਰਕੇ ਇੱਦਾਂ ਕੀਤਾ ਗਿਆ। ਅਤੇ ਹੁਣ ਇਹਦੀ ਜਿਹੜੀ ਐਕਸਰਸਾਈਜ਼ ਤੁਸੀਂ ਕੰਪਲੀਟ ਕਰਨੀ ਆ। ਬੱਚਿਆਂ ਨੂੰ ਸਕੂਲ ਯੂਨੀਫਾਰਮ ਦਿੱਤੀ ਜਾ ਚੁੱਕੀ ਹੈ। ਸਕੂਲ ਨਹੀਂ ਪ੍ਰੋਵਾਈਡ ਕੀਤੀ ਹੋਣੀ, ਬਟ ਤੇ ਸਬਜੈਕਟ ਐਬਸੈਂਟ ਆ। ਸਪੋਰਟਸ ਕੰਪੀਟੀਸ਼ਨ ਕਰਵਾਇਆ ਜਾ ਚੁੱਕਾ ਹੈ। ਇਹ ਵੀ ਕਿਸੇ ਨੇ ਕਰਵਾਇਆ ਹੋਣਾ, ਸਰਕਾਰ ਨੇ ਕਰਵਾਇਆ ਹੋਣਾ ਜਾਂ ਸ਼ਹਿਰ ਦੇ ਲੋਕਾਂ ਨੇ ਕਰਵਾਇਆ ਹੋਣਾ। ਪੋਲਿਊਸ਼ਨ ਨੂੰ ਘੱਟ ਕਰਨ ਲਈ ਆਇਲ ਦੇ ਦਾਮ, ਪ੍ਰਾਈਜ਼ ਜਾਂ ਰੇਟ, ਕੁਛ ਵੀ ਕਹਿ ਸਕਦੇ ਆ, ਰੇਟ ਜਾਂ ਫਿਰ ਪ੍ਰਾਈਜ਼ ਵਧਾ ਦਿੱਤੇ ਗਏ ਹਨ। ਸਰਕਾਰ ਦੁਆਰਾ ਸੜਕਾਂ ਉੱਪਰ ਐਕਸੀਡੈਂਟਸ ਨੂੰ ਕੰਟਰੋਲ ਕਰਨ ਲਈ ਪੈਡੈਸਟਰੀਅਨ ਲੇਨਸ ਬਣਾ ਦਿੱਤੀਆਂ ਗਈਆਂ ਹਨ। ਪੈਡੈਸਟਰੀਅਨ ਹੁੰਦੀਆਂ ਜਿੱਥੇ ਕੀ ਆ, ਆਮ ਲੋਕੀ ਚੱਲਣ ਵਾਲੀਆਂ ਜਿਹੜੀਆਂ ਹੁੰਦੀਆਂ ਨਾ, ਅਲੱਗ ਤੋਂ ਜਿਵੇਂ ਜੈਬਰਾ ਕ੍ਰਾਸਿੰਗ ਹੁੰਦੀ ਹੈ ਵੀ ਉੱਥੇ ਆਪਾਂ ਚੱਲ ਕੇ ਤੁਰ ਕੇ ਆਪਾਂ ਕ੍ਰਾਸ ਕਰ ਸਕਦੇ ਸੜਕ, ਉਵੇਂ ਦੀਆਂ ਇੱਕ ਲੇਨਸ ਹੁੰਦੀ ਹੈ ਪੈਡੈਸਟਰੀਅਨ ਲੇਨ ਕਹਿੰਦੇ। ਚੱਲਣ ਜਿਹੜੇ ਲੋਕ ਚੱਲਦੇ ਆ ਸੜਕ ਦੇ ਉੱਤੇ, ਉਹਨਾਂ ਦੇ ਲਈ ਐਕਸਟਰਾ ਲੇਨਸ ਬਣਾ ਦਿੱਤੀਆਂ ਗਈਆਂ ਤਾਂ ਕਿ ਉਹ ਭੀੜ ਦੇ ਵਿੱਚ ਨਾ ਚੱਲਣ, ਜਿੱਥੇ ਕਾਰਾਂ ਚੱਲਦੀਆਂ ਪਈਆਂ ਅਤੇ ਉਹ ਆਪਣਾ ਐਕਸਟਰਾ ਚੱਲ ਸਕਣ ਅਤੇ ਉਹਦੇ ਨਾਲ ਐਕਸੀਡੈਂਟਸ ਘੱਟ ਸਕਦੇ ਆ। ਸਿੱਖਿਆ ਦਾ ਪੱਧਰ ਉੱਚਾ ਕਰਨ ਲਈ ਹਰ ਸਕੂਲ ਵਿੱਚ ਕੰਪਿਊਟਰ ਲੈਬਸ ਬਣਾ ਦਿੱਤੀਆਂ ਗਈਆਂ ਹਨ। ਸਿੱਖਿਆ ਦਾ ਪੱਧਰ, ਐਜੂਕੇਸ਼ਨ ਲੈਵਲ, ਲਿਟਰੇਸੀ ਲੈਵਲ, ਟੂ ਇੰਪਰੂਵ ਲਿਟਰੇਸੀ ਲੈਵਲ ਔਰ ਟੂ ਇੰਪਰੂਵ ਐਜੂਕੇਸ਼ਨ ਲੈਵਲ। ਖਾਲੀ ਜਗ੍ਹਾ ਨੂੰ ਵਰਤਣ ਲਈ ਉਸ ਉੱਪਰ ਇੱਕ ਸ਼ਾਪਿੰਗ ਕੰਪਲੈਕਸ ਬਣਾ ਦਿੱਤਾ ਗਿਆ ਹੈ। ਟੂ ਯੂਜ਼ ਐਮਟੀ ਸਪੇਸ ਜਾਂ ਟੂ ਯੂਜ਼ ਐਮਟੀ ਪਲੇਸ, ਸ਼ਾਪਿੰਗ ਮੋਲ ਹੈਜ਼ ਬਿਨ ਬਿਲਟ। ਕੰਪਨੀਜ਼ ਦੁਆਰਾ ਆਪਣੇ ਕਰਮਚਾਰੀਆਂ ਦੀ ਤਰੱਕੀ ਕਰ ਦਿੱਤੀ ਗਈ ਹੈ। ਠੀਕ ਹੈ, ਤਰੱਕੀ ਕਰ ਦਿੱਤੀ, ਪ੍ਰਮੋਸ਼ਨ ਦਿੱਤੀ ਜਾ ਚੁੱਕੀ ਹੈ। employees have been promoted by companies। ਸਰਕਾਰ ਦੁਆਰਾ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੇ ਸਮੇਂ ਨੂੰ ਲਿਮਿਟ ਕਰ ਦਿੱਤਾ ਗਿਆ। ਲੋਕਾਂ ਦੀ ਭਲਾਈ ਲਈ ਸਰਕਾਰ ਦੁਆਰਾ, ਇਹ ਇੱਥੋਂ ਤੱਕ ਇਹ ਐਕਸਟਰਾ ਇਨਫੋਰਮੇਸ਼ਨ ਲੋਕਾਂ ਦੀ ਭਲਾਈ ਲਈ ਵੀ ਅੱਜ ਕੱਲ੍ਹ ਕੀ ਵਰਕਿੰਗ ਆਰ ਜਿਹੜੇ ਲਿਮਿਟ ਕਰ ਦਿੱਤੇ ਗਏ ਉਹਦੇ ਬਾਰੇ ਲਿਖਿਆ ਹੋਇਆ ਹੈ। ਐਨੀਮਲਸ ਉੱਪਰ ਟੈਸਟ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਐਨੀਮਲ 'ਤੇ ਟੈਸਟਿੰਗ ਨੂੰ ਕੀ ਅੱਜ ਕੱਲ੍ਹ ਬੈਨ ਕਰ ਦਿੱਤਾ, ਬੰਦ ਕਰ ਦਿੱਤਾ ਗਿਆ ਹੈ। ਸਟਾਪ ਔਰ ਬੈਂਡ। ਗਰੀਬਾਂ ਦੇ ਰਹਿਣ ਲਈ ਸ਼ਹਿਰ ਦੇ ਬਾਹਰ ਇੱਕ ਜਗ੍ਹਾ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਜਗ੍ਹਾ ਨੂੰ ਕੀ ਆ, ਖਾਲੀ ਕਰਵਾ ਦਿੱਤਾ ਹੈ, ਐਮਪਟੀ ਕਰਵਾ ਦਿੱਤੀ ਹੈ। ਹੁਣ ਜਿਹੜੇ ਮੈਂ ਤੁਹਾਨੂੰ ਕੱਲ੍ਹ ਟੈਂਸ ਦਿੱਤੇ ਸੀਗੇ ਉਹਨਾਂ ਦੀ ਟਰਾਂਸਲੇਸ਼ਨ ਦੇਖ ਲਓ। ਜੇ ਤੁਹਾਨੂੰ ਇਹ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਹੈ ਅਤੇ ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰ ਦਿਓ ਇਹਨਾਂ ਨੂੰ, ਕਿ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦਾ ਬੈਨੀਫਿਟ ਮਿਲ ਸਕੇ ਇਹਨਾਂ ਤੋਂ।
तो ਇਹਦਾ ਫਾਰਮੂਲਾ ਹੁੰਦਾ ਆਪਣੇ ਕੋਲ ਪ੍ਰੈਜ਼ੈਂਟ ਪਰਫੈਕਟ ਕੀਤਾ ਸੀ ਆਪਾਂ ਐਕਟਿਵ ਫॉर्म ਸਬਜੈਕਟ फिर हैज़ या हैव दैन वर्ब दी थर्ड फॉर्म फिर ऑब्जेक्ट एक्सट्रा इनफॉर्मेशन या एंड ते हुंदी है या स्टार्टिंग दे विच हुंदी है। मेरे माता जी ने खाना बना लिया है। माई मदर हैज़ प्रिपेयर्ड फूड और माई मदर हैज़ कुकड भी कह सकते हैं फूड। लोगों ने छुट्टियां दियां तैयारियां कर लईयां हन। पीपल हैव मेड प्रैपरेशन फॉर हॉलीडेज और पीपल हैव प्रिपेयर्ड फॉर हॉलीडेज। प्रिपेयर मेड प्रैपरेशन भी सही है, प्रिपेयर्ड भी सही है। मेरी भैन ने अपनी ट्रेनिंग खत्म कर ली है। माई सिस्टर हैज़ कंप्लीटेड हर ट्रेनिंग। सरकार ने नशियां नूं टैसट करन लई एक डिवाइस तैयार कर लई है। एक डिवाइस बना ली नशियां दा डोप टैसट जिवें आपां कहंदे डोप टैसट करदे उवें दी डिवाइस कोई। गवर्नमेंट हैज़ प्रोड्यूस्ड और मेड और मैन्युफैक्चर्ड अ डिवाइस टू टेस्ट ड्रग्स। मेरी सहेली ने अपने कॉलेज दा कंपीटिशन जित लिया है। मेरी सहेली ने की किया अपने कॉलेज का एक कंपीटिशन होया सी उहदे कॉलेज दे विच उहने ओह जित लिया विन कर लिया है। माई फ्रेंड हैज़ वॉन थर्ड फॉर्म कंपीटिशन ऑफ हर कॉलेज। साइंटिस्ट ने कैंसर नूं खत्म करन लई दवाई बना लई है। साइंटिस्ट हैव इन्वेंटेड मेडिसिन टू ट्रीट कैंसर और टू क्योर कैंसर। इन्वेंटेड की जगह प्रोड्यूस भी कह सकते हैं क्योंकि बनाना उत्थे प्रोड्यूस भी लगेगा, मैन्युफैक्चर्ड या प्रोड्यूस। बहुत सारे लोगों ने अपने घरां विच दरख्त उगा लए हन। दरख्त उगाना या प्लांट करते हैं ट्रीज़ नूं या फिर आपां की करते हैं ग्रो करते हैं ट्रीज़। मैनी पीपल हैव प्लांटेड और ग्रोन प्लांट्स in their homes or houses। मेरे घर विच मेरे पिता जी ने एक बहुत सोहनी पेंटिंग लगा दिती है, जिहड़ी उन्होंने कितों परचेज की सी उन्होंने किया लगा दिती है। माई फादर हैज़ हंग, लगाना दीवार ते ही लगाई होनी है पेंटिंग, फिर उहदे लई हंग आउंदा है। अ ब्यूटीफुल और अमेजिंग कह सकते हैं पेंटिंग इन माई होम। अमेरिका दे लोगों ने बहुत ज़्यादा समा दूजे देशों विच घूमन ते खर्च कर दिता है। पीपल ऑफ अमेरिका या फिर अमेरिकन पीपल हैव वेस्टेड अलॉट। अलॉट सिंग दो वर्ड्स होंगे हमेशा, ए अलग होंगी लॉट अलग होंगे। ऑफ टाइम टू रोम अराउंड इन अदर कंट्रीज। दूजे देशों च घूमना रोम अराउंड, विजिट करना या रोम अराउंड करना। मेरे भरा ने एक फ़ोन खरीद लिया है। मेरे भरा ने किया उन्हें मेहनत की, उन्हें जॉब की सी तो उन्होंने एक नवा फ़ोन खरीद लिया उन्हें। माई ब्रदर हैज़ परचेज्ड अ फ़ोन और माई मदर हैज़ बॉट अ फ़ोन। मैं अपनी सहेली नूं देन लई तोहफा पसंद कर लिया है। मेरी सहेली का बर्थडे आने वाला, उत्थे मैं गिफ्ट देना, मैं चूज़ कर लिया। आई हैव डिसाइडिड, डिसाइड भी कहते हैं पसंद करन या फिर चूजन। टू गिव गिफ्ट टू माई फ्रेंड्स, ठीक है। और इदा भी कह सकते आई हैव डिसाइडिड अ गिफ्ट फॉर माई फ्रेंड। I have liked a gift for my friend. This is end of today's video। अज आपां present perfect tense दी पैसिव फॉर्म देखी भी, पैसिव फॉर्म दे विच आपां उहनूं किवें यूज़ करदे हां ते ये मैप्स दे विच राइटिंग टास्क 2 दे विच स्पीकिंग दे विच काफ़ी ज़्यादा यूज़ हुंदा है फॉर इनहांसिंग और फॉर इंप्रूविंग आवर बैंड स्कोर्स। तो इन्हां नूं प्लीज़ ध्यान नाल देखिया करो। थैंक यू फॉर गिविंग
me your precious time. Please like, share and subscribe to my channel if you think these videos are helping you people. And thank you for giving me your precious time. Have a nice day.